ਸਲਾਮ ਨਮਸਤੇ ਸਤਿ ਸ਼੍ਰੀ ਅਕਾਲ। ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਕਾਸਿਫ ਫਾਰੂਕੀ। ਅੱਜ ਬੜਾ ਹੀ ਇਤਿਹਾਸਿਕ ਦਿਨ ਹੈ ਜਿਹੜਾ ਸ੍ਰੀ ਹਰਮੰਦਰ ਸਾਹਿਬ ਹੋ ਰਿਹਾ ਹੈ। ਤਸਵੀਰਾਂ ਤੁਹਾਨੂੰ ਅਸੀਂ ਬੜੀਆਂ ਦਿਲਚਸਪ ਤਸਵੀਰਾਂ ਦਿਖਾ ਦਿੰਦੇ ਹਾਂ। ਸਾਹਮਣੇ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੀ ਪਾਕ ਪਵਿੱਤਰ ਜਿਹੜੀ ਇਮਾਰਤ ਹੈਗੀ, ਤਾਂ ਦੂਸਰੇ ਪਾਸੇ ਹਰਮੰਦਰ ਸਾਹਿਬ ਦੇ ਵਿੱਚ ਅੱਜ ਸਿੱਖ ਮੁਸਲਿਮ ਸਾਂਝਾ ਫਾਊਂਡੇਸ਼ਨ ਦੇ ਜਿਹੜੇ ਸਰਪ੍ਰਸਤ ਨੇ ਡਾਕਟਰ ਨਸੀਰ ਅਖਤਰ ਹੋਣਾ ਲਈ ਬੜਾ ਹੀ ਖਾਸ ਤੇ ਬੜਾ ਸੁਭਾਗਾ ਦਿਨ ਹੈ। ਬੜਾ ਜ਼ਬਰਦਸਤ ਜਿਹੜਾ ਸੀਨ ਹੈਗਾ ਉਹ ਇੱਥੇ ਬਣ ਰਿਹਾ ਹੈ। ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਦਰਬਾਰ ਸਾਹਿਬ ਦੇ ਵਿੱਚ, ਜਿਹੜੀ ਹਰਮੰਦਰ ਸਾਹਿਬ ਦੇ ਵਿੱਚ ਨਮਾਜ਼ ਹੈ ਜਿਹੜੀ ਮੁਸਲਮਾਨ ਭਾਈਚਾਰਾ ਅਦਾ ਕਰ ਰਿਹਾ ਹੈ। ਬਹੁਤ ਭਾਵਨਾਵਾਂ ਨੇ ਜਿਹੜੀਆਂ ਜੁੜੀਆਂ ਹੋਈਆਂ ਨੇ, ਬਹੁਤ ਭਾਵਨਾਵਾਂ ਜਿਹੜੀਆਂ ਜੁੜੀਆਂ ਹੋਈਆਂ ਨੇ। ਤਸਵੀਰਾਂ ਅਸੀਂ ਤੁਹਾਨੂੰ ਦਿਖਾ ਦਿੰਦੇ ਹਾਂ। ਇਸ ਵੇਲੇ ਹਕੀਕਤ ਟੀਵੀ ਪੰਜਾਬੀ ਦੇ ਉੱਤੇ ਤੁਸੀਂ ਤਸਵੀਰਾਂ ਦੇਖ ਰਹੇ ਹੋ, ਲਾਈਵ ਤਸਵੀਰਾਂ ਦੇਖ ਰਹੇ ਹੋ ਤੁਸੀਂ। ਦਰਬਾਰ ਸਾਹਿਬ ਦੇ ਵਿੱਚ ਮੁਸਲਮਾਨ ਭਾਈਚਾਰੇ ਵੱਲੋਂ ਜਿਹੜੀ ਨਮਾਜ਼ ਹੈ ਅਦਾ ਕੀਤੀ ਜਾ ਰਹੀ ਹੈ। ਸੋ ਇੱਕ ਵਿਲੱਖਣ ਭਾਈਚਾਰੇ ਦੀ ਜਿਹੜੀ ਤਸਵੀਰ, ਵਿਲੱਖਣ ਜਿਹੜਾ ਅੰਦਾਜ਼ ਮੁਸਲਮਾਨ ਭਾਈਚਾਰੇ ਦਾ ਜਿਹੜਾ, ਕਿਉਂਕਿ ਸਿੱਖ ਮੁਸਲਿਮ ਸਾਂਝਾ ਦੇ ਸਰਪ੍ਰਸਤ ਡਾਕਟਰ ਨਸੀਰ ਅਖਤਰ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਹੀ ਸਿੱਖ ਮੁਸਲਿਮ ਸਾਂਝਾ ਦੇ ਉੱਤੇ ਕੰਮ ਕਰਦਿਆਂ ਸਿੱਖ ਮੁਸਲਮਾਨਾਂ ਦਾ ਜਿਹੜਾ ਸਾਂਝਾ ਇਤਿਹਾਸ ਹੈਗਾ ਉਸ ਦੇ ਉੱਤੇ ਉਹ ਲਗਾਇਆ। ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ। 5 ਵਕਤ ਦੀ ਨਮਾਜ਼ ਹੈਗੀ ਹੈ ਜਿਹੜੀ ਮੁਸਲਮਾਨ ਭਾਈਚਾਰੇ ਵੱਲੋਂ ਪੜ੍ਹੀ ਜਾਂਦੀ ਹੈ, ਔਰ ਇਸੇ ਨਮਾਜ਼ ਦਾ ਹਿੱਸਾ ਹੈ ਕਿ 5 ਵਕਤ ਉਸ ਰੱਬ ਨੂੰ, ਉਸ ਈਸ਼ਵਰ ਨੂੰ, ਉਸ ਅੱਲਾ ਨੂੰ, ਉਸ ਵਾਹਿਗੁਰੂ ਨੂੰ ਯਾਦ ਕੀਤਾ ਜਾਂਦਾ ਹੈ ਜਿਸ ਨੇ ਸਾਰੀ ਧਰਤੀ, ਜਿਸ ਨੇ ਸਾਰੀ ਸ੍ਰਿਸ਼ਟੀ ਹੈ ਜਿਹੜੀ ਉਹ ਸਾਜੀ ਹੈ। ਤੇ ਬੜੀਆਂ ਵਿਲੱਖਣ ਤਸਵੀਰਾਂ ਨੇ। ਕੁਝ ਕੁ ਲੋਕ ਵੀ ਇੱਥੇ ਨੇ ਜਿਹੜੇ ਬੜੇ ਗੌਰ ਨਾਲ ਵੀਡੀਓ ਵੀ ਬਣਾ ਰਹੇ ਨੇ, ਤੇ ਬਹੁਤ ਕੁਝ ਮੇਰੇ ਮਨ ਦੇ ਵਿੱਚ ਵੀ ਚੱਲ ਰਿਹਾ, ਦੇਖਣ ਵਾਲਿਆਂ ਦੇ ਮਨ ਦੇ ਵਿੱਚ ਵੀ ਬਹੁਤ ਕੁਝ ਚੱਲ ਰਿਹਾ ਹੋਵੇਗਾ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ। ਕੀ ਨਾਂ ਹੈ ਤੁਹਾਡਾ? ਜਸਪਾਲ ਸਿੰਘ। ਕੀ ਦੇਖ ਰਹੇ ਹੋ? ਇਹ ਭਾਜੀ ਉਹਨਾਂ ਦੇਖ ਰਹੇ। ਕਦੇ ਦੇਖਿਆ ਸੀ ਇਦਾਂ ਦਾ ਸੀਨ? ऐसा नहीं देखा, बहुत अच्छा लगा। ਕੀ ਚੱਲ ਰਿਹਾ ਮਨ ਚ? मन च प्यार होना चाहिए, ऐसा प्यार होना चाहिए जो इकट्ठे होके अपना प्यार एक साथ दिवाली का जो शुभ अपना कामना दे रहे। बहुत अच्छा लगा, बड़ा प्यार मिला। ਜੀ ਜੀ ਜੀ। ਸੋ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ। ਲੋਕ ਵੀ ਇੱਥੇ ਵਾਹਵਾ ਖੁਸ਼ ਹੈਗੇ ਨੇ ਸੀਨ ਦੇਖ ਕੇ। ਲੋਕ ਨੇ ਜਿਹੜੇ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ, ਹੁਣੇ ਨਮਾਜ਼ ਅਦਾ ਕਰਕੇ ਹਟਣਗੇ ਤੇ ਫਿਰ ਅਸੀਂ ਪੁੱਛਾਂਗੇ ਕਿ ਇਹਦਾ ਕਾਰਨ ਕੀ ਹੈ। ਬੜੀਆਂ ਧਾਰਮਿਕ ਵਿਖਰੇਵਾ ਇੱਕ ਦੁਆ ਹੈਗੀ ਹੈ ਜਿਹੜੀ ਉਹ ਇੱਥੇ ਮੰਗੀ ਜਾਂਦੀ ਹੈ ਹਮੇਸ਼ਾ ਹੀ। ਜਿਹੜੀ ਨਮਾਜ਼ ਤੋਂ ਬਾਅਦ ਦੁਆ ਹੈ ਜਿਹੜੀ ਉਹ ਕੀਤੀ ਜਾਂਦੀ ਹੈ। ਸੋ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਦੇ ਹਾਂ ਮੁਸਲਮਾਨ ਭਾਈਚਾਰੇ ਦੀਆਂ। ਇਤਿਹਾਸਿਕ ਤਸਵੀਰਾਂ ਨੇ। ਇਹ ਉਹ ਮੰਜ਼ਰ ਹੈਗਾ, ਇਹ ਉਹ ਦ੍ਰਿਸ਼ ਹੈਗਾ। ਮੈਨੂੰ ਲੱਗਦਾ ਕਿ ਜਿਹੜਾ ਜੋ ਵੀ ਅੱਖਾਂ ਇਹਨਾਂ ਨੂੰ ਦੇਖਦੀਆਂ ਨੇ ਤੇ ਉਹ ਭਾਵੁਕ ਹੋ ਜਾਂਦੀਆਂ ਨੇ। ਮਾਤਾ ਜੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ। ਕੀ ਚੱਲ ਰਿਹਾ ਮਨ ਚ? ਕੀ ਦੇਖ ਰਹੇ ਹੋ? ਬੜੇ ਖੁਸ਼ ਹੋ ਤੁਸੀਂ? ਹਾਂ ਦੇਖ ਰਹੇ ਹਾਂ। ਦੇਖੋ ਸਾਰੇ ਜਣੇ ਨਮਾਜ਼ ਪੜ੍ਹਦੇ ਦਰਬਾਰ ਸਾਹਿਬ ਆਏ। ਕਿੰਨੀ ਉਮਰ ਹੈ ਤੁਹਾਡੀ? ਮੇਰੀ ਵੀ ਹੈਗੀ 55 ਸਾਲ। ਆਪਣੇ ਦਾਦਿਆਂ ਤੋਂ ਜਾਂ ਪੇਕਿਆਂ ਤੋਂ ਪੁੱਛਿਆ ਸੀ ਵੀ ਇਸ ਤਰ੍ਹਾਂ ਦੀ ਪਿਆਰ ਸੀ ਪਹਿਲਾਂ ਵੀ ਸਾਡਾ? ਹਾਂ ਤਾਂ ਸਹੀ ਸੀ, ਦੱਸਦੇ ਪਹਿਲੇ ਇਸ ਤਰ੍ਹਾਂ ਹੀ ਪਿਆਰ ਸੀ? ਹਾਂ। ਕੋਈ ਵਿਖਰੇਵਾ, ਕੋਈ ਕਿਸੇ ਤਰ੍ਹਾਂ ਦਾ? ਕੋਈ ਮਨ ਚ ਕੀ ਚੱਲ ਰਿਹਾ ਇਸ ਵੇਲੇ ਦੇਖ? ਮਨ ਚ ਇਹੀ ਖੁਸ਼ੀ ਹੋ ਰਹੀ ਆ ਵੀ ਸਾਰੇ ਨਮਾਜ਼ ਪੜ੍ਹਦੇ ਦਰਬਾਰ ਸਾਹਿਬ ਦੇ ਮਸਤਕ ਹੋਏ ਆ। ਬਹੁਤ ਖੁਸ਼ੀ ਹੋਈ। ਜੀ 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 ਜੀ। ਤੋਂ ਸਾਡੇ ਨਾਲ ਹੋਰ ਵੀ ਨੇ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰ ਰਹੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕੀ ਨਾਂ ਜੀ ਤੁਹਾਡਾ? ਸਤਨਾਮ ਸਿੰਘ ਹੈ ਜੀ। ਕਿੱਥੋਂ ਆਏ ਹੋ? ਮੈਂ ਚੰਡੀਗੜ੍ਹ ਤੋਂ ਆਇਆ। ਅੱਛਾ ਸਤਨਾਮ ਜੀ, ਕੀ ਚੱਲ ਰਿਹਾ ਮਨ ਚ? ਮਨ ਦੇ ਵਿੱਚ ਇਹ ਚੱਲ ਰਿਹਾ ਜੀ ਵੀ ਕੋਈ ਵੀ ਧਰਮ ਜਿਹੜਾ ਹੈਗਾ ਉਹ ਕਿਸੇ ਵੀ ਧਰਮ ਦੀ ਫਿਲਾਸਫੀ ਜਿਹੜੀ ਹੈਗੀ ਆ ਉਹ ਮਨੁੱਖ ਨੂੰ ਮਨੁੱਖ ਦੇ ਵਿੱਚ ਵੰਡਦੀ ਨਹੀਂ ਹੈਗੀ। ਗੁਰਬਾਣੀ ਦਾ ਖਾਸ ਪ੍ਰਮਾਣ ਆ ਸਭੇ ਸਾਂਝੀਵਾਲ ਸਦਾਈ ਨਾ ਕੋਈ ਨਾ ਦਿਸੇ ਬਾਹਰਾ ਜੀਓ, ਨਾ ਕੋ ਬੈਰੀ ਨਾ ਕੋ ਬਗਾਨਾ, ਹਨਾ। ਤੇ ਦਰਬਾਰ ਸਾਹਿਬ ਜਿਹੜੀ ਵੀ ਦੁਨੀਆ ਭਰ ਤੋਂ ਸੰਗਤ ਆਉਂਦੀ ਆ, ਸਾਰੇ ਵਰਗਾਂ ਦੇ, ਸਾਰੇ ਮਜ਼ਹਬਾਂ ਦੇ, ਸਾਰੇ ਖੇਤਰਾਂ ਦੇ ਲੋਕ ਆਉਂਦੇ ਆ ਇੱਥੇ, ਹਨਾ। ਤੇ ਦਰਬਾਰ ਸਾਹਿਬ ਦੇ ਵਿੱਚ ਜਿਹੜੀ 4 ਦਰਵਾਜ਼ੇ ਨੇ ਉਹ ਸੰਕੇਤ ਆ ਵੀ ਇਹ ਸਰਬ ਸਾਂਝੀਵਾਲਤਾ ਦਾ ਸਭ ਤੋਂ ਵੱਡਾ ਸਥਾਨ ਆ। ਇੱਥੋਂ ਇਹੀ ਸੁਨੇਹਾ ਜਾਂਦਾ। ਅਸੀਂ ਹੁਣ ਦੇਖਿਆ ਵੀ ਕੁਝ ਸਾਡੇ ਮੁਸਲਮ ਭਰਾ ਉਹਨਾਂ ਦੇ ਨਿਯਮਾਂ ਦੇ ਮੁਤਾਬਕ, ਉਹਨਾਂ ਦੀ ਮਰਿਆਦਾ ਦੇ ਮੁਤਾਬਕ ਨਮਾਜ਼ ਦਾ ਸਮਾਂ ਹੋਇਆ ਸੀ ਤਾਂ ਉਹਨਾਂ ਨੇ ਆ ਕੇ ਇਸ ਕੰਪਲੈਕਸ ਦੇ ਵਿੱਚ ਆ ਕੇ ਉਹਨਾਂ ਨੇ ਨਮਾਜ਼ ਅਦਾ ਕੀਤੀ ਆ। ਕਿਸੇ ਨੂੰ ਕੋਈ ਇਤਰਾਜ਼ ਨਹੀਂ। ਕੋਈ ਆਪਣੇ ਮਜ਼ਹਬ ਦੇ ਮੁਤਾਬਕ ਜੀਵਨ ਜਿਉਣ ਦਾ ਹਰ ਬੰਦੇ ਨੂੰ ਕੀ ਆ, ਹੱਕ ਆ। ਤੇ ਇਹ ਹੱਕ ਹਰ ਧਰਮ ਦਿੰਦਾ। ਤੇ ਅਗਿਆਨੀ ਕਿਸਮ ਦੇ ਜਿਹੜੇ ਲੋਕ ਨੇ, ਜਿਹੜੇ ਧਰਮ ਦੀ ਫਿਲਾਸਫੀ ਨੂੰ ਸਮਝਣਾ ਬੜਾ ਔਖਾ, ਧਰਮ ਦੀ ਫਿਲਾਸਫੀ ਬੜੀ ਡੂੰਘਾਈ ਵਾਲੀ ਆ। ਤੇ ਅਸੀਂ ਜਦੋਂ ਤੱਕ ਉਸ ਫਿਲਾਸਫੀ ਤੱਕ
ਅਧਿਆਤਮਵਾਦ ਦੇ ਉਸ ਅੰਸ਼ ਤੱਕ ਨਹੀਂ ਪਹੁੰਚਦੇ, ਉਦੋਂ ਤੱਕ ਸਾਨੂੰ ਧਰਮਾਂ ਦੀ ਜਾਣਕਾਰੀ ਨਹੀਂ ਹੋ ਪਰ ਸਕਦੀ। ਕੁਝ ਕੁ ਲੋਕਾਂ ਨੇ ਬੜੀਆਂ ਦੀਵਾਰਾਂ ਖੜੀਆਂ ਕਰਤੀਆਂ, ਬੜੀਆਂ ਕੰਧਾਂ ਖੜੀਆਂ ਕਰਤੀਆਂ, ਨਫ਼ਰਤ ਦੀਆਂ ਕੰਧਾਂ ਖੜੀਆਂ ਕਰਤੀਆਂ, ਇਤਿਹਾਸ ਦੇ ਵਿੱਚ ਮਿਥਿਹਾਸ ਰਲਾ ਕੇ ਇਦਾਂ ਦੇ ਸਿਸਟਮ ਕੀਤੇ ਕਿ ਜਿਹੜਾ ਕਿ ਹੁਣ ਤੱਕ ਅਸੀਂ ਪੂਰਦੇ ਆ ਰਹੇ ਹਾਂ। ਇਹਦੇ ਵਿੱਚ ਅਸੀਂ ਕਹਿ ਸਕਦੇ ਹਾਂ ਨਾ, ਜੇ ਤੁਸੀਂ ਧਰਮਾਂ ਦੇ ਇਤਿਹਾਸ ਨੂੰ ਦੇਖੋ ਜਾਂ ਭਾਰਤ ਦੀ ਗੱਲ ਕਰ ਲਈਏ, ਹਨਾ, ਭਾਰਤ ਦੇ ਵਿੱਚ ਪ੍ਰਾਚੀਨ ਕਾਲ ਤੋਂ ਹੀ ਇੱਥੇ ਜਾਤੀ ਪਾਤੀ ਸਿਸਟਮ ਵੀ ਹੈਗੇ ਆ, ਜਾਤ ਪਾਤ ਦਾ ਸਿਸਟਮ ਹੈਗਾ। ਸਾਡਾ ਸਮਾਜ ਵੱਖ-ਵੱਖ ਜਾਤਾਂ ਦੇ ਵਿੱਚ ਵੰਡਿਆ ਹੋਇਆ, ਛੂਆ ਛਾਤ ਦੇ ਵਿੱਚ ਵੰਡਿਆ ਹੋਇਆ। ਮਨੁੱਖ ਨੂੰ ਨਫ਼ਰਤ ਜਿਹੜੀ ਹੈਗੀ ਆ ਉਹ ਜਾਤਾਂ ਦੇ ਆਧਾਰ ਦੇ ਉੱਤੇ ਕੀਤੀ ਜਾਂਦੀ ਹੈਗੀ ਆ। ਤੇ ਇਹ ਅਸਲ ਦੇ ਵਿੱਚ ਜਦੋਂ ਤੱਕ ਧਰਮ ਦੀ, ਮੈਂ ਪਹਿਲਾਂ ਵੀ ਕਹੀ ਗੱਲ, ਜਿਹੜੀ ਧਰਮ ਦਾ ਕੇਂਦਰੀ ਤੱਤ ਹੁੰਦਾ, ਧਰਮ ਦੇ ਦੋ ਤੱਤ ਆ, ਇੱਕ ਧਰਮ ਦਾ ਕੇਂਦਰੀ ਤੱਤ ਆ, ਇੱਕ ਧਰਮ ਦਾ ਬਾਹਰੀ ਤੱਤ ਆ, ਹਨਾ। ਬਾਹਰੀ ਤੱਤ ਦਾ ਮਤਲਬ ਇਹ ਆ ਵੀ ਸਾਡਾ ਚਿਹਰਾ ਮੂਹਰਾ ਵੱਖਰਾ ਹੋ ਸਕਦਾ, ਸਾਡੀ ਮਰਿਆਦਾ ਵੱਖਰੀ ਹੋ ਸਕਦੀ ਆ। ਉਹ ਵਿਭਿੰਨਤਾ ਕੁਦਰਤ ਦੀ ਦੇਣ ਆ, ਇਸ ਨੂੰ ਤੁਸੀਂ ਖਤਮ ਨਹੀਂ ਕਰ ਸਕਦੇ, ਤੁਸੀਂ ਦੁਨੀਆ ਨੂੰ ਇੱਕ ਰੰਗ ਦੇ ਵਿੱਚ ਨਹੀਂ ਰੰਗ ਸਕਦੇ, ਉਹ ਰਹੇਗੀ। ਪਰ ਜਿਹੜਾ ਕੇਂਦਰੀ ਤੱਤ ਆ, ਮਤਲਬ ਗੁਰਬਾਣੀ ਦੇ ਵਿੱਚ ਕਿੰਨੇ ਵਾਰੀ ਰਾਮ ਦਾ ਨਾਮ ਆਇਆ, ਕਿੰਨੇ ਵਾਰੀ ਭਗਵਾਨ ਦਾ ਨਾਮ ਆਇਆ, ਕਿੰਨੇ ਵਾਰੀ ਕ੍ਰਿਸ਼ਨ ਦਾ ਨਾਮ ਆਇਆ, ਕਿੰਨੇ ਵਾਰੀ ਅੱਲਾਹ ਦਾ ਨਾਮ ਆਇਆ, ਹਨਾ। ਤੁਸੀਂ ਦੇਖੋ ਤਾਂ ਪੜ੍ਹ ਕੇ ਦੇਖੋ। ਤੇ ਪਰ ਪਰਮਾਤਮਾ ਤਾਂ ਇਸ ਦਾ ਸਿਰਜਣਹਾਰਾ, ਤਾਂ ਇਸ ਸ੍ਰਿਸ਼ਟੀ ਦਾ ਸਿਰਜਣਹਾਰਾ ਤਾਂ ਇੱਕ ਆ ਨਾ। ਜੇਕਰ ਉਹਦਾ ਸਿਰਜਣਹਾਰਾ ਇੱਕ ਆ ਤਾਂ ਸਾਰੇ ਅਸੀਂ ਉਹਦੇ ਕੀ ਆ, ਪੁੱਤਰ ਤੇ ਧੀ ਆ। ਤੇ ਇਹ ਵੈਸੇ ਦੇਖੋ ਕਿ ਮਨੁੱਖ ਦਾ ਸੁਭਾਅ ਭਰਾ ਦੇ ਵਿੱਚ ਵੀ ਅੰਤਰ ਆ ਨਾ, ਇੰਨਾ ਕੁ ਤਾਂ ਜਿਹੜਾ ਹੈਗਾ ਚੱਲਦਾ ਰਹਿੰਦਾ ਹਨਾ। ਇਹ ਕੋਈ ਬਹੁਤਾ ਵੱਡੀ ਗੱਲ ਨਹੀਂ ਹੁੰਦੀ, ਪਰ ਇਸ ਲੈਵਲ ਦੇ ਉੱਤੇ ਨਹੀਂ ਜਾਣਾ ਚਾਹੀਦਾ ਵੀ ਸਾਡੇ ਜਿਹੜੇ ਹੈਗੇ ਨੇ ਨਸਲਕੁਸ਼ੀ ਵਰਗੇ ਜਿਹੜੇ ਹੈਗੇ ਨੇ, ਧਰਮ ਦੇ ਆਧਾਰ ਦੇ ਉੱਤੇ ਵੀ ਅਸੀਂ ਦੂਸਰੇ ਧਰਮ ਨੂੰ ਐਲੀਮੀਨੇਟ ਕਰਨਾ। ਇਹ ਕੋਸ਼ਿਸ਼ਾਂ ਹੁੰਦੀਆਂ ਨੇ, ਇਹ ਸ਼ਾਸਕਾਂ ਵੱਲੋਂ ਕੋਸ਼ਿਸ਼ਾਂ ਹੁੰਦੀਆਂ ਨੇ, ਕਿਉਂਕਿ ਸ਼ਾਸਕਾਂ ਦੇ ਆਪਣੇ ਹਿੱਤ ਹੁੰਦੇ ਆ, ਸਿਆਸੀ ਹੁੰਦੇ ਆ। ਮਤਲਬ ਆਮ ਬੰਦੇ ਦਾ, ਮਤਲਬ ਹਿੰਦੂ ਦਾ ਮੁਸਲਮਾਨ ਨਾਲ ਕੀ ਰੌਲਾ। ਇੱਥੇ ਤਾਂ ਮੈਂ ਲੱਗ ਰਹੀ ਸੀ ਲੋਕ ਬੜੇ ਖੁਸ਼ ਸੀ ਦੇਖ ਕੇ, ਸਾਰਾ ਦ੍ਰਿਸ਼ ਦੇਖ ਕੇ। ਉਹ ਕਹਿੰਦੇ ਸੀ ਸਾਡੇ ਦਾਦੇ, ਸਾਡੇ ਨਾਨੇ, ਸਾਡੀਆਂ ਸਾਂਝੀ ਬੜੀਆਂ ਹੁੰਦੀਆਂ ਸੀ। ਨਹੀਂ, ਸਾਂਝ ਦੇਖੋ, ਅਸੀਂ ਜਦੋਂ ਆਪਾਂ ਪਹਿਲਾਂ ਗੱਲ ਕਰ ਲਈ, ਅਸੀਂ ਇੱਕ ਪਰਮਾਤਮਾ ਦੀ ਅੰਸ਼ ਆ, ਇੱਕ ਅੱਲਾ ਦੀ ਅੰਸ਼ ਆ, ਇੱਕ ਵਾਹਿਗੁਰੂ ਦੀ ਅੰਸ਼ ਹੈਗੇ ਆ, ਤਾਂ ਸਾਡੀ ਸਾਂਝ ਹੋਣੀ ਕੁਦਰਤੀ ਆ। ਜੇਕਰ ਸਾਡੇ ਨਾ ਫਰਕ ਹੈਗਾ ਭਰਾ ਮੇਰੇ, ਤਾਂ ਫਰਕ ਸਾਡੇ ਭੂਗੋਲ ਦੇ ਆਧਾਰ ਦੇ ਉੱਤੇ ਨੇ। ਭੂਗੋਲ ਦੇ ਅਨੁਸਾਰ, ਉੱਥੋਂ ਦੀਆਂ ਲੋੜਾਂ ਦੇ ਮੁਤਾਬਕ, ਉੱਥੋਂ ਦੀਆਂ ਕੁਦਰਤੀਆਂ ਲੋੜਾਂ ਦੇ ਮੁਤਾਬਕ, ਕੁਦਰਤੀ ਭੂਗੋਲ ਦੇ ਮੌਸਮ ਦੇ ਅਨੁਸਾਰ ਬੰਦੇ ਦੀ ਸਰੀਰਕ ਬਣਤਰ ਹੁੰਦੀ ਆ, ਬੰਦੇ ਦਾ ਰਹਿਣ ਸਹਿਣ ਹੁੰਦਾ। ਇੱਕ ਬੰਦਾ, ਮਤਲਬ ਜਿਹੜਾ ਬੰਦਾ ਬਰਫ਼ ਦੇ ਵਿੱਚ ਰਹਿੰਦਾ ਹਨਾ, ਜਿੱਥੇ ਬਹੁਤ ਬਰਫ਼ ਪੈਂਦੀ ਆ, ਉਹਦੇ ਲਈ ਹੋ ਸਕਦਾ ਵੀ ਲੱਗੇ ਵੀ ਜਿਹੜਾ ਨਰਕ ਆ ਉਹ ਬਰਫ਼ ਵਰਗਾ। ਇੱਕ ਬੰਦਾ ਬਹੁਤਾ ਮਾਰੂਥਲ ਦੇ ਵਿੱਚ ਰਹਿੰਦਾ, ਜਿੱਥੇ ਤਪਸ਼ ਆ ਬਹੁਤ ਜ਼ਿਆਦਾ, ਬਰਫ਼ ਨਾਂ ਦੀ ਕੋਈ ਚੀਜ਼ ਨਹੀਂ, ਉਹ ਜੇਕਰ ਨਰਕ ਦੀ ਉਦਾਹਰਨ ਦੇਵੇਗਾ ਤਾਂ ਉਹ ਕਹੇਗਾ ਸਭ ਤੋਂ ਜਿਹੜੇ ਮਾਰੂਥਲ ਦਾ ਇਲਾਕਾ ਉਹ ਨਰਕ ਆ, ਹੈਨਾ। ਇਹ ਭੂਗੋਲ ਦੀ ਕੁਦਰਤੀ ਜਿਹੜੀ ਸਾਡੀ ਬਨਸਬਨਤਾ, ਉਸੇ ਤਰੀਕੇ ਨਾਲ ਸਾਡੀ ਸੁਸਾਇਟੀ ਦੇ ਵਿੱਚ, ਬੰਦਿਆਂ ਦੇ ਵਿੱਚ ਬਨਸਬਨਤਾ ਹੈਗੀ ਆ। ਇਹ ਤਾਂ ਸਮਝਣ ਦੀ ਗੱਲ ਹੈਗੀ ਆ ਮੇਰੇ ਭਰਾਵੋ। ਤੇ ਮੈਨੂੰ ਲੱਗਦਾ ਵੀ ਜੇਕਰ ਬੰਦਾ ਆਪੋ ਆਪਣੇ ਧਰਮਾਂ ਦੀ ਫਿਲਾਸਫੀ ਨੂੰ, ਧਰਮਾਂ ਦੀ ਕੇਂਦਰੀ ਫਿਲਾਸਫੀ ਨੂੰ ਪੜ੍ਹ ਲੇ, ਤਾਂ ਕੋਈ ਝਗੜਾ ਨਹੀਂ ਹੋਵੇਗਾ। ਡਾਕਟਰ ਸਾਹਿਬ, ਅੱਜ ਤੁਸੀਂ ਨਮਾਜ਼ ਅਦਾ ਕੀਤੀ ਹੈ ਇੱਥੇ। ਬਹੁਤ ਸਾਰੇ ਸਾਥੀਆਂ ਦੀ ਇੱਛਾ ਸੀ ਜਿਹੜੇ ਮੁੰਬਈ ਤੋਂ ਆਏ ਸੀ, ਉਹਨਾਂ ਦਾ ਕਹਿਣਾ ਕਿ ਜਿਹੋ ਜੀ ਭਾਵਨਾ ਉਹਨਾਂ ਨੂੰ ਸਾਊਦੀ ਅਰੇਬੀਆ ਜਾ ਕੇ ਆਈ ਸੀ, ਤੇ ਉਹੋ ਜੀ ਭਾਵਨਾ ਇੱਥੇ ਉਹਨਾਂ ਨੂੰ ਆਈ ਹੈ, ਤੇ ਉਹਨਾਂ ਨੇ ਨਮਾਜ਼ ਅਦਾ ਕਰਨ ਦੀ ਇੱਛਾ ਜ਼ਾਹਰ ਕੀਤੀ ਸੀ। ਤੇ ਕੀ ਫੀਲਿੰਗ ਹੈਗੀ? बहुत सौखा है हिंदू या मुसलमान होना, पर बहुत औखा है आदमी का इंसान होना। सारिया तारीफा उस रब ਲਈ ਨੇ ਜਿਹੜਾ ਸਾਰੇ ਜਗ ਦਾ ਸਾਜਨਹਾਰ ਤੇ ਪਾਲਣਹਾਰ ਹੈ। ਉਸੇ ਇੱਕ ਰੱਬ ਨੂੰ ਹੀ ਵੱਖ-ਵੱਖ ਭਾਸ਼ਾਵਾਂ ਵਿੱਚ ਅੱਲਾ, ਅਕਾਲ ਪੁਰਖ, ਪ੍ਰਭੂ ਪਰਮਾਤਮਾ, ਲਾਰਡ ਗੋਡ ਆਦਿ ਨਾਮਾਂ ਦੁਆਰਾ ਯਾਦ ਕੀਤਾ ਜਾਂਦਾ ਹੈ। ਜਿਵੇਂ ਸਾਡੇ ਭਰਾ ਜੀ ਕਹਿ ਰਹੇ ਤੇ, ਨੀਮ ਹਕੀਮ ਖਤਰਾ ਜਾਨ, ਨੀਮ ਮੁੱਲਾ ਖਤਰਾ ਈਮਾਨ। ਜਿਹੜੇ ਸਾਡੇ ਝਗੜੇ ਨੇ ਨਾ, ਉਹ ਨੀਮ ਮੁੱਲਾ ਨੀਮ ਗਿਆਨੀ ਦੇ ਨੇ, ਉਹ ਅੱਧੇ ਗਿਆਨੀ ਨੇ, ਉਹ ਧਰਮ ਨੂੰ ਨਹੀਂ ਜਾਣਦੇ। ਕਿਉਂਕਿ ਧਰਮ ਜੋੜਦਾ ਹੁੰਦਾ, ਧਰਮ ਤੋੜਦਾ ਨਹੀਂ ਹੈ। ਧਰਮ ਪਿਆਰ ਸਿਖਾਉਂਦਾ, ਧਰਮ ਨਫ਼ਰਤ ਨਹੀਂ ਸਿਖਾਉਂਦਾ। ਅਗਰ ਕੋਈ ਚੀਜ਼ ਸਾਡੇ ਅੰਦਰ ਤੋੜ ਪੈਦਾ ਕਰ ਰਹੀ ਹੈ, ਸਾਡੇ 'ਚ ਨਫ਼ਰਤ ਪਾ ਰਹੀ ਹੈ, ਤਾਂ ਉਹ ਧਰਮ ਨਹੀਂ ਹੈ, ਅਧਰਮ ਹੈ। ਧਰਮ ਦੇ ਭੇਸ 'ਚ ਹੈ ਤਾਂ ਉਹ ਧਰਮ ਨਹੀਂ ਹੈ, ਅਧਰਮ ਹੈ, ਧਰਮ ਦੇ ਭੇਸ 'ਚ ਹੈ। ਸਾਨੂੰ ਇਸ ਤੋਂ ਸੁਚੇਤ ਰਹਿਣਾ ਚਾਹੀਦਾ। ਜਿਵੇਂ ਦੱਸਿਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਂ ਸ਼ੁਰੂਆਤ ਹੀ ਮੂਲ ਮੰਤਰ ਤੋਂ ਹੁੰਦੀ ਹੈ, ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਅੰਗ ਗੁਰ ਪ੍ਰਸਾਦ। ਸਿੱਖ ਵਿਦਵਾਨ ਦੱਸਦੇ ਨੇ ਕਿ ਸਾਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮੂਲ ਮੰਤਰ ਦੀ ਵਿਆਖਿਆ ਹੈ, ਤੇ ਮੂਲ ਮੰਤਰ ਇੱਕ ਓਂਕਾਰ ਦੀ ਵਿਆਖਿਆ ਹੈ। ਮਿਸਟਰ ਮੈਕਾਲ ਹੋਏ ਨੇ ਪ੍ਰਸਿੱਧ ਸਿੱਖ ਵਿਦਵਾਨ, ਅੰਗਰੇਜ਼ ਸਕਾਲਰ, ਉਹਨਾਂ ਨੇ ਜਿਹੜੇ ਅਰਥ ਕੀਤੇ ਨੇ, ਦੇयर इज नो अदर बट वन गॉड।
ਇਸ ਤਰ੍ਹਾਂ ਨਾਲ ਇਹ ਲਾ ਇਲਾਹਾ ਇਲਾ ਦੇ ਲਫ਼ਜ਼ੀ ਤਰਜਮਾ ਹੈ। ਇੱਕ ਬੰਦਾ ਪਾਣੀ ਨੂੰ ਜਲ ਕਹਿ ਕੇ ਪੀ ਰਿਹਾ ਹੈ ਤੇ ਇੱਕ ਵਾਟਰ ਕਹਿ ਕੇ ਪੀ ਰਿਹਾ ਹੈ, ਪੀ ਤਾਂ ਦੋਨੇ ਪਾ ਨਹੀਂ ਰਹੇ ਨਾ। ਅਸੀਂ ਰੈਪਰ ਤੇ ਲੜ ਰਹੇ ਹਾਂ, ਟੌਫੀ ਦੇ ਅੰਦਰ ਟੌਫੀ ਹੋਈ ਹੈ, ਇੱਕ ਪੁੰਜ ਦੀ ਗੱਲ ਨਹੀਂ ਕਰਦੇ ਅਸੀਂ। ਗੁਰੂ ਗ੍ਰੰਥ ਸਾਹਿਬ ਭਰਿਆ ਪਿਆ, श्री गुरु ग्रंथ साहब आसा महला पहला अंग 300 पर साहेब मेरा एको है भाई एको है। श्री गुरु ग्रंथ साहब आसा महला पहला अंग 400 भी साहेब मेरा एको है अवर नहीं पाई। अल्लाह 720 अंग ते अल्लाह पाक पाक शक करूं जे दूसरा होए पर एक दी गल कीती गई है और यही साडी बुनियाद दी असल जड़ है। क्योंकि इस संसार मैं एक सवाल करदा अज तो करोड़ों साल पहला गुरुआनी ने दस्सिया प्रभाती अंग 1349 ते अव्वल अल्लाह नूर उपाया कुदरत के सब बंदे एक नूर ते सब जग उपजिया कौन भले को मंदे। इसका मतलब एक नूर था परमात्मा दा प्रभु दा इस संसार ते, उस नूर तो सारे जग दी उपज हुई है। ते फिर उस वेले कौन दी पूजा करदा सी, है ना? बंदे तो हाँ असी एक पिता एक सख्या बारिक एक बाप वाली सारी औलाद बराबर है। उन्होंने ढंग ने कोई काम कर रहा है, कोई काम कर रहा है। ये सानू साडी बुनियाद ते इकट्ठे होना चाहिए। और फिर 10 गुरु ने की दिता है, 10 गुरु 10 ग्रंथ अकाल उस अंग 42 ते जिन प्रेम की तिन ही परब पायो। गुरु साहब ने नहीं कहा जिन गुरुद्वारा बनायो तिन ही परब पायो, जिन मंदिर बनायो तिन ही परब पायो, जिन मसीद बनायो। जिन प्रेम कियो, अगर उस परमात्मा नु परब नु अकाल पुरख नु पाउण जाने हो तां उसदे बनाए हुए बंदियां नाल प्रेम करो, है ना? ते इहो मैसेज थी, इहो सिੱਖੀ ਦਾ मैसेज है, इहो इस्लाम ਦਾ मैसेज और धर्म ਦਾ मैसेज ही ਇਹ है। ਇਹ ਉਹ ਜਿਹੜੇ ਸੋ ਕਾਲ ਧਰਮ ਅਖੌਤੀ ਲੋਕ ਨੇ ਉਹ ਸਾਨੂੰ, ਕਿਉਂਕਿ ਉਹਨਾਂ ਦੇ ਜਿਵੇਂ ਭਾਈ ਸਾਹਿਬ ਨੇ ਦੱਸਿਆ ਉਹਨਾਂ ਦੀ ਇੱਕ ਸ਼ਾਸਕ ਦੀ ਉਹਨੇ ਆਪਣੀ ਹੁਕੂਮਤ ਕਾਇਮ ਕਰਨੀ ਹੈ। ਇਹ ਇਤਿਹਾਸ ਗਵਾਹ ਹੈ ਹਰ ਹਾਕਮ ਨੇ अपनी हुकूमत ਨੂੰ कायम रखने ਲਈ हर तरह के योग ते योग ढंग अपनाए ने। एक हाकम ਲਈ ਪਹਿਲਾਂ ਉਸਦੀ हुकूमत ਹੁੰਦੀ ਹੈ ਧਰਮ ਮਗਰੋਂ, ਬਲਕਿ ਉਹ ਸਵਾਰਥ ਆਪਣੇ ਸਵਾਰਥ ਲਈ ਧਰਮ ਦਾ ਇਸਤੇਮਾਲ ਕਰਦੇ ਰਹੇ ਨੇ ਆਪਣੇ ਮੁਫਾਦ ਲਈ, ਤੇ ਅੱਜ ਵੀ ਕਰ ਰਹੇ ਨੇ। ਅੱਜ ਦਾ ਧਰਮ ਦੇ ਹੋਕੇ ਲਾ ਲਾ ਕੇ ਹੁਕੂਮਤਾਂ ਪ੍ਰਾਪਤ ਕੀਤੀਆਂ ਤੇ ਚਲਾਈਆਂ ਜਾਂਦੀਆਂ ਨੇ। ਇਸ ਲਈ ਅਜਿਹੇ ਖੁਦਗਰਜ਼ ਸਵਾਰਥੀ ਹਾਕਮਾਂ ਨੂੰ ਮੁੱਖ ਰੱਖ ਕੇ ਅਸੀਂ ਆਪਸੀ ਭਾਈਚਾਰਕ ਸਾਂਝ ਨੂੰ, ਆਪਸੀ ਪਿਆਰ ਨੂੰ ਲੀਰੋ ਲੀਰ ਨਾ ਕਰੀਏ। ਸਾਂਝ ਟੁੱਟ ਸਕਦੀ ਹੈ, ਘਟ ਸਕਦੀ ਹੈ ਜਿਹੋ ਜੀ ਸਾਂਝ ਸਿੱਖ ਭਾਈਚਾਰੇ ਤੇ ਮੁਸਲਮਾਨ ਭਾਈਚਾਰੇ ਦੇ ਵਿੱਚ ਹੈ। ਮੈਨੂੰ ਦੱਸੋ ਤੁਸੀਂ ਰੂਹ ਔਰ ਆਤਮਾ ਅਲੱਗ ਹੋ ਸਕਦੇ ਨੇ? ਨਹੀਂ ਹੋ ਸਕਦੇ ਨਾ। ਤੁਸੀਂ ਪ੍ਰੋਫੈਸਰ ਮੋਹਨ ਸਿੰਘ ਜੀ ਲਿਖਦੇ ਨੇ ਨਾਨਕ ਪ੍ਰਕਾਸ਼ ਪੱਤਰਕਾ ਮਾਰਚ 1969 ਵਿੱਚ, ਉਸੇ ਹੀ ਪਲ ਜਨਮਿਆ। ਗੁਰੂ ਸਾਹਿਬ ਦੇ ਆਗਮਨ ਨੂੰ ਆਪਣੇ ਸ਼ਬਦਾਂ ਵਿੱਚ ਵਰਣਨ ਕਰਦੇ ਹੋਏ ਨਕਸ਼ਾ ਖਿੱਚ ਰਹੇ ਨੇ। ਉਸੇ ਹੀ ਪਲ ਜਨਮਿਆ ਕਾਲੂ ਦੇ ਘਰ ਬਾਲ, ਮਾਤਾ ਤਿਰਪਤਾ ਹੋ ਗਈ ਤੱਕਨ ਸਾਰ ਨਿਹਾਲ, ਲਾਇਆ ਦਾਈ ਦੌਲਤਾਂ ਚੁੱਕ ਕਲੇਜੇ ਨਾਲ, ਕੋਸੇ ਪਾਣੀ ਨਾਲ ਫਿਰ ਦਿੱਤਾ ਤੁਰਤ ਨਿਹਾਲ, ਪੱਟ ਦੇ ਵਿੱਚ ਲਪੇਟਿਆ, ਪੱਟ ਕਹਿੰਦੇ ਨੇ ਰੇਸ਼ਮੀ ਕੱਪੜੇ, ਪੱਟ ਦੇ ਵਿੱਚ ਲਪੇਟਿਆ ਕੀਤੀ ਤੁਰਤ ਸੰਭਾਲ, ਫਿਰ ਬਿਸਮਿਲ੍ਲਾ ਆ ਕੇ ਦਿੱਤਾ ਸ਼ਹਿਦ ਚਟਾਲ। ਤੁਸੀਂ ਮੈਨੂੰ ਦੱਸੋ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਸਿੱਖੀ ਦੇ ਬੁੱਢੀ ਸਿੱਖੀ ਦੇ ਬਾਨੀ ਜਦੋਂ ਇਸ ਸੰਸਾਰ 'ਚ ਤਸ਼ਰੀਫ ਲੈ ਕੇ ਆਉਂਦੇ ਨੇ ਤਾਂ ਉਹਨਾਂ ਨੂੰ ਇੱਕ ਮੁਸਲਮਾਨ ਦਾਈ ਦੌਲਤਾਂ ਵੱਲੋਂ ਗੁੜਤੀ ਦਿੱਤੀ ਜਾਂਦੀ ਹੈ। ਤੁਸੀਂ ਇਮੈਜਿਨ ਕਰੋ ਕਿ ਉਹਨਾਂ ਦੀ ਮਾਤਾ ਜੀ ਤੋਂ ਪਹਿਲਾਂ, ਉਹਨਾਂ ਦੇ ਦੁੱਧ ਤੋਂ ਪਹਿਲਾਂ ਇੱਕ ਮੁਸਲਮਾਨ ਦਾਈ ਦੌਲਤਾਂ ਦੀ ਗੁੜਤੀ ਪਹੁੰਚਦੀ ਹੈ। ਕਿਵੇਂ ਬਖਰ ਦੋਗੇ? ਉਹ ਕੱਢ ਸਕਦੇ ਕੁੜਤੀ? ਨਹੀਂ ਕੱਢ ਸਕਦੇ ਨਾ। ਫਿਰ ਜਦੋਂ ਇਤਿਹਾਸ ਦੱਸਦਾ ਗਿਆਨੀ ਗਿਆਨ ਸਿੰਘ ਲਿਖਦਾ ਤਵਾਰੇ ਗੁਰੂ ਘਰ, ਜਦੋਂ ਪੰਜਵੀਂ ਪਾਤਸ਼ਾਹੀ ਸ਼੍ਰੀ ਹਰਿਮੰਦਰ ਸਾਹਿਬ ਦਾ ਨੀਂਹ ਧਰਨ ਲੱਗੇ ਤਾਂ ਉਹਨਾਂ ਨੇ ਪੂਰੇ ਭਾਰਤ ਦੇ, ਉਸ ਵੇਲੇ ਦੇ ਭਾਰਤ ਦੇ ਸੂਫੀ ਸੰਤ ਜੋਗੀਆਂ ਨੂੰ ਸੱਦਾ ਦਿੱਤਾ। ਉਸ ਭਰੇ ਇਕੱਠ ਚੋਂ ਗੁਰੂ ਸਾਹਿਬ ਨੇ ਕਿਸੇ ਨੂੰ ਇਸਦੇ ਯੋਗ ਸਮਝਿਆ ਕਿ ਉਸ ਪਵਿੱਤਰ ਸਥਾਨ ਦਾ ਨੀਂਹ ਪੱਥਰ ਰੱਖੇ ਤਾਂ ਇੱਕ ਮੁਸਲਮਾਨ ਸੂਫੀ ਮੀਆਂ ਮੀਰ ਸਨ। ਹਾਂ, ਤੇ ਇਹ ਉਹ ਸਾਂਝਾਂ ਨੇ। ਅਸੀਂ ਸਾਡੀ ਜਿਹੜੀ ਕੋਸ਼ਿਸ਼ ਸਿੱਖ ਸਾਂਝਾਂ ਦੀ ਇਹੀ ਹੈ ਵੀ ਭਾਈ ਮਰਦਾਨੇ ਦੇ ਵਾਰਸ ਤੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇ ਵਾਰਸ, ਉਸੇ ਪਿਆਰ ਨੂੰ ਫੇਰ ਦੇਖਣਾ ਚਾਹੁੰਦੇ ਹਾਂ ਅਸੀਂ ਸੰਸਾਰ 'ਚ ਜੋ ਸ਼੍ਰੀ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨੇ ਦੇ ਵਿਚਕਾਰ ਸੀ। ਇਸੇ ਕਰਕੇ 12 ਭਾਈ ਗੁਰਦਾਸ ਬਾਹਰ ਪਹਿਲੀ ਪੰਨਾ ਨੰਬਰ 35 ਤੇ ਭਾਈ ਗੁਰਦਾਸ ਜੀ ਲਿਖਦੇ ਨੇ, ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕਿ ਆਸਤਾਨਾ, ਇੱਕ ਬਾਬਾ ਆਕਾਰ ਰੂਪ ਦੂਜਾ ਰਬਾਬੀ ਮਰਦਾਨਾ। ਜੀ ਜੀ। ਅੱਛਾ, ਕੁਝ ਕੁ ਹੋਰ ਵੀ ਨੇ ਜਿਹੜੇ ਇੱਥੋਂ ਟੀਮ ਦਾ ਹਿੱਸਾ ਬਣੇ ਨੇ ਡਾਕਟਰ ਸਾਹਿਬ। ਉਹ ਬਾਹਰ ਤੋਂ ਵੀ ਹੁਣ ਜਿਹੜਾ ਆਗਮਨ ਸ਼ੁਰੂ ਹੋਇਆ ਹੈ ਪੰਜਾਬ ਦੇ ਵਿੱਚ ਜਿਹੜੇ ਮੁਸਲਮਾਨ ਭਾਈਚਾਰਾ। ਨਹੀਂ, ਇਹ ਦੇਖੋ ਪਤਾ ਕੀ ਹੈ, ਅਸੀਂ ਮਿਲ ਕੇ ਪੂਰੇ ਵਰਲਡ ਨੂੰ ਸੁਨੇਹਾ ਦੇਣਾ ਚਾਹੁੰਦੇ ਹਾਂ ਕਿਉਂਕਿ ਅਸੀਂ ਇੱਕ ਰੱਬ ਦੇ ਬੰਦੇ ਆ। ਪ੍ਰਭੂ ਪਰਮਾਤਮਾ ਜੋ ਗੱਲ ਇੱਕ ਮੁੱਢਲੇ ਮਾਂ ਬਾਪ ਦੇ ਸੀ ਔਲਾਦ ਆ ਤੇ ਸਾਡੀ ਮਨੁੱਖੀ ਬਰਾਦਰੀ ਵੀ ਇੱਕ ਹੀ ਹੈ ਤੇ ਸਾਡਾ ਲਹੂ ਵੀ ਇੱਕ ਹੈ, ਤਾਂ ਫਿਰ ਅਸੀਂ ਸਾਨੂੰ ਇੱਕ ਹੋ ਕੇ ਮਿਲ ਜੁਲ ਕੇ ਪਿਆਰ ਨਾਲ ਰਹਿਣਾ ਚਾਹੀਦਾ ਹੈ। ਇਹ ਸਿੱਖ ਧਰਮ ਦੀ ਫਿਲਾਸਫੀ ਹੈ ਤੇ ਇਹੋ ਇਸਲਾਮ ਦੀ ਫਿਲਾਸਫੀ ਹੈ। ਕਿਉਂਕਿ ਇਸਲਾਮ ਤਾਂ ਦੱਸਦਾ, ਇੱਕ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦਾ ਕਥਨ ਹੈ, ਸਾਰੇ ਸੰਸਾਰ ਦੇ ਜਿਹੜੇ ਲੋਕ ਨੇ ਉਹ ਰੱਬ ਦੇ ਪਰਿਵਾਰ ਦੇ ਮੈਂਬਰ ਨੇ। ਤਾਂ ਧਰਮ ਦੀ ਗੱਲ ਹੀ ਨਹੀਂ ਇੱਥੇ, ਚਾਹੇ ਉਹ ਕਿਸੇ ਵੀ ਧਰਮ ਕੌਮ ਇਲਾਕੇ ਨਾਲ ਸੰਬੰਧ ਹੁੰਦੇ ਨੇ। ਤੇ ਰੱਬ ਨੂੰ ਸਾਰੇ ਸੰਸਾਰ ਚੋਂ ਸਭ ਤੋਂ ਵੱਧ ਉਹ ਪਿਆਰਾ ਹੈ ਜਿਹੜਾ ਉਹਦੇ ਪਰਿਵਾਰ ਨਾਲ ਭਲਾ ਸਲੂਕ ਕਰੇ। ਆਪਾਂ ਨੂੰ ਵੀ ਉਹੀ ਅੱਛਾ ਲੱਗਦਾ, ਯਾਨੀ ਕਿ ਜਿਹੜਾ ਮਾਨਵਤਾ ਨਾਲ, ਇਨਸਾਨੀਅਤ ਨਾਲ ਪਿਆਰ ਕਰਦਾ ਹੈ, ਭਲਾ ਸਲੂਕ ਕਰਦਾ ਹੈ। ਤੇ ਇਹੋ ਅਸੀਂ ਮਿਲ ਜੁਲ ਕੇ ਇੱਥੇ ਯਾਨੀ ਕਿ ਪਿਆਰ ਦੇ ਕੇਂਦਰ ਤੋਂ, ਏਕਤਾ ਦੇ ਕੇਂਦਰ ਤੋਂ ਇੱਕ ਸੁਨੇਹਾ ਵਰਲਡ ਨੂੰ ਦੇਣਾ ਚਾਹੁੰਦੇ ਹਾਂ ਕਿ ਅਸੀਂ ਮਿਲ ਜੁਲ ਕੇ ਰਹੀਏ। ਜਿਹੜਾ ਸਾਡਾ ਪਿਆਰ ਦਾ ਸੁਨੇਹਾ ਹੈ
ਉਹ ਪੂਰੇ ਵਰਲਡ ਨੂੰ ਜਾਵੇ ਤੇ ਅਸੀਂ ਉਹੀ ਸੁਨੇਹਾ ਲੈ ਕੇ ਇੱਥੇ ਪਹੁੰਚੇ ਸੀ। ਬਾਕੀ ਜਿਹੜੀ ਭਾਈ ਨੇ ਗੱਲ ਕਹੀ ਹੈ, ਮੈਂ ਉਹ ਬਾਰ-ਬਾਰ ਆਪਣੀ ਕਹਿਣਾ ਹੁੰਨਾ, ਉਨਕਾ ਜੋ काम है वो अहले सियासत जाने। ਸਿਆਸੀ ਲੋਕਾਂ ਦਾ ਕੰਮ ਹੈ ਧਰਮ ਦੇ ਨਾਮ ਤੇ, ਕੌਮ ਦੇ ਨਾਮ ਤੇ, ਭਾਸ਼ਾ ਦੇ ਨਾਮ ਤੇ, ਇਲਾਕੇ ਦੇ ਨਾਮ ਤੇ ਲੜਾਉਣਾ ਤੇ ਆਪਣੀ ਕੁਰਸੀ ਲੈਣੀ। उनका जो काम है वो अहले सियासत जाने। मेरा पैगाम मोहब्बत है जहां तक पहुंचे। ਅਸੀਂ ਤਾਂ ਮੁਹੱਬਤ ਦਾ ਪੈगाम ਲੈ ਕੇ ਆਏ ਹਾਂ, ਮੁਹੱਬਤ ਦਾ ਪੈगाम ਦਵਾਂਗੇ। ਇਹੀ ਗੁਰੂ ਰਾਣੀ ਦਾ ਪੈगाम ਹੈ, ਇਹੀ ਕੁਰਾਨ ਸ਼ਰੀਫ ਦਾ ਪੈगाम। ਜੀ ਜੀ। ਅੱਛਾ, ਅੱਜ ਆਉਣ ਦਾ ਕੀ ਕੋਈ ਖਾਸ ਕਾਰਨ ਸੀ? ਅੱਜ ਅਸੀਂ ਆਏ ਹਾਂ, ਜਿਹੜੇ ਸਾਡੇ ਇਤਿਹਾਸ 'ਚ ਬਹੁਤ ਸਾਰੀਆਂ ਲੜਾਈਆਂ ਕੀਤੀਆਂ ਗਈਆਂ ਨੇ, ਜੇ ਭਾਈ ਸਾਹਿਬ ਨੇ ਦੱਸਿਆ, ਤੇ ਉਹ ਉਹਨਾਂ ਨੇ ਸਿਆਸੀ ਲੋਕਾਂ ਨੇ ਕੀਤੀਆਂ ਨੇ, ਅੰਗਰੇਜ਼ਾਂ ਦੇ ਦੌਰ ਤੋਂ ਚਲੀਆਂ ਆ ਰਹੀਆਂ ਨੇ। ਉਹਦੇ ਵਿੱਚ ਬਹੁਤ ਸਾਰਾ ਮਿਥਿਹਾ ਜੋੜ ਦਿੱਤਾ ਗਿਆ ਤੇ ਉਹਨੂੰ ਸਾਨੂੰ ਹੁਣ ਤੱਕ ਤਸਵੀਰ ਦਾ ਇੱਕ ਰੁਖ ਦਿਖਾਇਆ ਜਾਂਦਾ ਰਿਹਾ ਜਾਣਬੁੱਝ ਕੇ, ਤੇ ਅਸੀਂ ਤਸਵੀਰ ਦਾ ਦੂਸਰਾ ਰੁਖ ਵੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਉਹ ਇਹ ਹੈ ਵੀ ਜਿਹੜਾ ਸਾਨੂੰ, ਕਿਉਂਕਿ ਦੇਖੋ ਮੈਂ ਜਿਵੇਂ ਪਹਿਲਾਂ ਕਿਹਾ ਨਾ ਵੀ ਸਰੀਰ ਔਰ ਆਤਮਾ ਵੱਖ ਨਹੀਂ ਹੋ ਸਕਦੇ। ਨਹੁੰ ਤੋਂ ਮਾਸ ਵੱਖ ਕੀਤਾ ਜਾ ਸਕਦਾ ਹੈ, ਲੇਕਿਨ ਸਰੀਰ ਨੂੰ ਆਤਮਾ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਸਾਡਾ ਉਹ ਰਿਸ਼ਤਾ ਹੈ ਤੇ ਕਿਤੇ ਨਾ ਕਿਤੇ ਗੜਬੜ ਹੋਈ ਹੈ ਤੇ ਅਸੀਂ ਫਿਰ ਕੰਮ ਕਰ ਰਹੇ ਤੇ ਇਤਿਹਾਸ ਤੇ ਸਾਡੀ ਅੱਜ ਕਿਤਾਬ ਸੀ ਇੱਕ ਸ਼੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦੀ ਦਾ ਕੌੜਾ ਸੱਚ ਤੇ ਮੁਸਲਮਾਨ, ਉਹ ਅਸੀਂ ਲਿਖੀ ਸੀ ਤੇ ਸਿੰਘ ਸਾਹਿਬ ਜਥੇਦਾਰ ਦੇ ਅਕਾਲ ਤਖਤ ਸਾਹਿਬ ਦੇ ਉਹਨਾਂ ਨੇ ਅੱਜ ਉਹ ਰਿਲੀਜ਼ ਕੀਤੀ ਹੈ ਤਾਂ ਕਿ ਉਹ ਫੈਕਟਸ ਵੀ ਸਾਡੇ ਸਾਹਮਣੇ ਆ ਜਾਣ, ਜਿਹੜੇ ਸਾਡੇ ਅੱਖਾਂ ਤੋਂ ਇੱਕ ਪਲਾਨਿੰਗ ਦੇ ਤਹਿਤ ਜਾਣਬੁੱਝ ਕੇ ਉਹਲੇ ਰੱਖੇ ਗਏ ਨੇ। ਉਸ ਤੋਂ ਬਾਅਦ ਜਿਹੜੀ ਪਬਲਿਕ ਹੈ, ਜਿਹੜੀ ਸੰਗਤ ਹੈ, ਉਹ ਜੱਜ ਹੈ, ਉਹ ਫੈਸਲਾ ਕਰੂ। ਜੀ ਜੀ, ਤੁਸੀਂ ਕੀ ਕਹਿ ਰਹੇ? ਇਹਦੇ ਵਿੱਚ ਮੈਂ ਇੱਕ ਗੱਲ ਜੋੜਨੀ ਚਾਹੁੰਦਾ, ਜੋ ਵੀ ਅੱਜ ਇਹਨਾਂ ਨੇ ਇਤਿਹਾਸ ਨਾਲ ਸੰਬੰਧਿਤ ਇੱਕ ਕਿਤਾਬ ਰਿਲੀਜ਼ ਕੀਤੀ ਹੈਗੀ ਆ। ਇਹ ਇਤਿਹਾਸ ਦੀ ਖੂਬਸੂਰਤੀ ਹੈ, ਜੇ ਤੁਸੀਂ ਦੇਖੋਗੇ ਵੀ ਕਦੇ ਵੀ ਕਿਸੇ ਧਾਰਮਿਕ ਪੈਗੰਬਰ ਨੇ ਧਾਰਮਿਕ ਪੈਗੰਬਰ ਨੂੰ ਕੈਦ ਨਹੀਂ ਕੀਤਾ। ਇਤਿਹਾਸ 'ਚ ਦੱਸੋ ਮੈਨੂੰ ਕਿਹੜੇ ਧਾਰਮਿਕ ਪੈਗੰਬਰ ਨੇ ਧਾਰਮਿਕ ਪੈਗੰਬਰ ਨੂੰ ਕੈਦ ਕੀਤਾ? ਗੁਰੂ ਨਾਨਕ ਨੂੰ ਜਦੋਂ ਬਾਬਰ ਨੂੰ ਥੋੜੀ ਸਮਝ ਆਈ ਹਨਾ, ਜਾਂ ਅਕਬਰ ਨੂੰ ਸਮਝ ਆਈ, ਤਾਂ ਉਹਨਾਂ ਨੇ ਨਹੀਂ ਕੈਦ ਕੀਤਾ ਹਨਾ। ਜਦੋਂ ਆ ਕੇ ਕੋਈ ਟਕਰਾਅ ਦੀ ਗੱਲ ਆਉਂਦੀ ਹੈਗੀ ਆ ਤਾਂ ਜਹਾਂਗੀਰ ਦੇ ਮੌਕੇ ਦੇ ਉੱਤੇ ਆ ਕੇ ਧਾਰਮਿਕ ਪੈਗੰਬਰਾਂ ਨੂੰ ਹਮੇਸ਼ਾ ਵਾਸਤੇ ਸ਼ਾਸਕ ਕੈਦ ਕਰਦੇ ਨੇ। ਸ਼ਾਸਕ ਬਾਦਸ਼ਾਹ ਲੋਕ ਸਜ਼ਾਵਾਂ ਦਿੰਦੇ ਆਇਆ। ਉਹ ਈਸਾ ਦੀ ਗੱਲ ਹੋਵੇ, ਉਹ ਮੂਸਾ ਦੀ ਗੱਲ ਹੋਵੇ, ਉਹ ਮੁਹੰਮਦ ਦੀ ਗੱਲ ਹੋਵੇ, ਉਹ ਇਮਾਮਾਂ ਦੀ ਗੱਲ ਹੋਵੇ, ਉਹ ਤੁਹਾਡੇ ਗੁਰੂ ਸਾਹਿਬਾਨ ਦੀ, ਗੁਰੂ ਤੇਗ ਬਹਾਦਰ ਜੀ ਦੀ ਗੱਲ ਹੋਵੇ, ਜਹਾਂਗੀਰ ਦੀ ਗੱਲ ਹੋਵੇ। ਇਹ ਤੁਸੀਂ ਮੰਨ ਲਓ ਸਾਨੂੰ ਜਿਹੜੇ ਆਮ ਲੋਕ ਆ, ਸਭ ਤੋਂ ਖੂਬਸੂਰਤ ਪੁਆਇੰਟ ਇਹੀ ਆ ਵੀ ਜਿਹੜੇ ਤੁਹਾਡੇ ਜਿਹੜੇ ਸ਼ਾਸਕ ਲੋਕ ਨੇ ਉਹਨਾਂ ਨੂੰ ਵੱਖਰੇ ਤੌਰ ਤੇ ਦੇਖਣਾ ਪਊਗਾ, ਧਾਰਮਿਕ ਪੈਗੰਬਰਾਂ ਨੂੰ ਵੱਖਰਾ ਦੇਖਣਾ ਪਊਗਾ। ਦੋਨਾਂ ਦਾ ਜੀਵਨ ਵੱਖਰਾ, ਦੋਨਾਂ ਦੀ ਫਿਲਾਸਫੀ ਵੱਖਰੀ ਆ, ਦੋਨਾਂ ਦੀ ਜੀਵਨ ਜਾਂਚ ਵੱਖਰੀ ਆ। ਜੀ ਜੀ, ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ, ਤੁਸੀਂ ਠੀਕ ਕਹਿ ਰਹੇ ਹੋ। ਸਾਡੇ ਨਾਲ ਕੁਝ ਹੋਰ ਵੀ ਲੋਕ ਨੇ ਜਿਹੜੇ ਇਸ ਵਾਰ ਪਹਿਲੀ ਵਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਏ ਸੀ। ਉਹਨਾਂ ਤੋਂ ਤਜਰਬਾ ਪੁੱਛਦੇ ਆ। ਨਮਾਜ਼ ਪੜ੍ਹੀ ਹੈ ਤੁਸੀਂ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ, ਕੀ ਭਾਵਨਾ ਹੈਗੀ ਹੈ, ਕਿਹੋ ਜਿਹਾ ਮਨ ਦੇ ਵਿੱਚ ਵਲਵਲੇ ਹੈਗੇ ਨੇ, कैसे जज्बात हैं? असल बात यह है कि ये पूरी ज़मीन जो है वो नबी अकरम सल्लल्लाहु अलैहि वसल्लम ने फरमाया मस्जिद है, तो ये पर्टिकुलर जगह सिखों के लिए कायम कर दी गई, लेकिन ये सारी धरती हमारे लिए अपनी है। ये सब हमारे भाई हैं। अगर हम पीढ़ी दर पीढ़ी ऊपर मेरे बाप दादा, उनसे उनके बाप दादा ऊपर चलते चले जाएं तो नूह अलैहिस्सलाम, आदम अलैहिस्सलाम पे हम सब बहन भाई हैं। तो वो जो हमारा रिश्ता खून का है वो कभी कोई जुदा नहीं कर सकता। वो जो अभी सरदार जी ने बात कही है कि सियासत की वजह से, गद्दी की वजह से लोग हम में इख्तलाफ पैदा कराते हैं, लेकिन असल में बात यह है हमें लौटना तो उधर ही है और जाके हिसाब भी एक। जब हम सब एक हैं, खून हमारा एक है, हमारे माँ बाप एक हैं, तो हमारे ईश्वर भी एक है। हम उसी एक ईश्वर की पहचान के लिए निकले हैं और सबको इस ईश्वर की पहचान करानी है। जगह कोई सी भी हो, ये अमृतसर का गोल्डन टेम्पल है, कोई मस्जिद हो, हर जगह अल्लाह का नाम लिया जाता है। सिर्फ अगर आप किसी चीज को, मान लो पानी है, उसे आप वाटर कह दो या जल कह दो, कोई फर्क थोड़ी आ जाएगा। जबान के फर्क से थोड़ी चीजें बदलती हैं। ये जगह ईश्वर की है और यहाँ ईश्वर की ही उपासना होती है। तो हम तो उस नियत से यहाँ पे नमाज जो पढ़ी है, कोई फर्क नहीं महसूस हुआ, वही सुकून, वही रूहानियत महसूस हुई जो अपने जगहों पे महसूस होती है अल्हम्दुलिल्लाह। और यहाँ के लोग तो मुझे माशाल्लाह ऐसी सेवा तो मैंने कहीं देखी नहीं आज तक। ऐसे हैं जैसे फरिश्ते, इस तरह से हमारी सुबह से सेवा कर रहे हैं, इस तरह हमारे आगे पीछे हैं कि पता नहीं कौन आ गया। ऐसा महसूस हो रहा है जैसे हम राजा महाराजा हैं। जिस तरह से इन लोगों ने सेवा की है, जैसा वहाँ पे लंगर हमने खाया है, जिस घर में हम आके रुके थे, और उसके बाद जगह जगह माशाल्लाह पैर धोने का निजाम, हर जगह सर ढकने का निजाम। कोई मैंने यहाँ भिखारी नहीं देखा, किसी को मैंने यहाँ मजबूर परेशान नहीं देखा, हर आदमी मदद करने को तैयार। ये है रूह असल में धर्म की। और ये रूह मैं, देखो जी, इस्लाम ये कहता है जहाँ से भी मिले वहाँ से अच्छी चीजें ले लो। ये रूह हम लोगों को इन लोगों से लेनी चाहिए। जी जी जी, बहुत बहुत शुक्रिया सारी गलबात दे ਲਈ। सो की जज्बात है? पहली बार आए हो तुसी आज? जी मैं पहली दफा। अच्छा, कहाँ से आए हैं? बॉम्बे से। अच्छा, बॉम्बे से आए हैं। तो कैसे लगा रिश्ता जोड़ के दरबार साहब के साथ, हरिमंदिर साहब के साथ?
जैसे मैंने पहले ही कहा कि यहाँ के महसूस ही नहीं हुआ कोई अलग अनजान जगह हूँ। खुशनुदी की हवा महसूस हुई और बहुत अपनापन महसूस हुआ है कि लग ही नहीं रहा कहीं मैं अपने बॉम्बे से दूर हूँ या अपने लोगों से दूर हूँ। ਜੀ 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 ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਲਈ। ਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾਈਆਂ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅੱਜ ਮੁਸਲਮਾਨ ਭਾਈਚਾਰੇ ਵੱਲੋਂ ਜਿਹੜਾ ਉਹ ਨਮਾਜ਼ ਹੈ ਅਦਾ ਕੀਤੀ ਗਈ ਹੈ ਬੜਾ ਵੈਲਕਮਿੰਗ ਦੇ ਨਾਲ, ਔਰ ਬਹੁਤ ਸਾਰੀਆਂ ਜਿਹੜੀਆਂ ਕਿਤਾਬ ਵੀ ਹੈਗੀ ਹੈ। ਇੱਕ ਜਿਹੜੀ ਕਿਤਾਬ ਹੈ ਅੱਜ ਉੱਥੇ ਰਿਲੀਜ਼ ਕੀਤੀ ਗਈ ਹੈ, ਇਹ ਕਿਤਾਬ ਹੈ ਜਿਹੜੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਕੌੜਾ ਸੱਚ ਅਤੇ ਮੁਸਲਮਾਨ। ਸੋ ਵਹਿਮ ਭੁਲੇਖੇ ਨੇ ਜਿਹੜੇ ਸਿਆਸਤਦਾਨਾਂ ਵੱਲੋਂ ਵੇਲੇ ਦੇ ਸ਼ਾਸਕਾਂ ਵੱਲੋਂ ਸਿੱਖ ਅਤੇ ਮੁਸਲਮਾਨ ਭਾਈਚਾਰੇ ਦੇ ਵਿੱਚ ਪਾੜਾ ਪੈਦਾ ਕਰਨ ਵਾਸਤੇ ਇਤਿਹਾਸ ਦੇ ਵਿੱਚ ਮਿਥਿਹਾਸ ਰਲਾ ਕੇ ਲੋਕਾਂ ਨੂੰ ਦੱਸਿਆ ਗਿਆ ਸੀ। ਸੋ ਡਾਕਟਰ ਨਸੀਰ ਅਖਤਰ ਹੋਰਾਂ ਨੇ ਇਸ ਕਿਤਾਬ ਦੇ ਵਿੱਚ ਸਿੱਖ ਇਤਿਹਾਸਕਾਰਾਂ ਦਾ ਵਰਣਨ ਦਿੰਦਿਆਂ ਹੋਏ ਇਸ ਦਾ ਸੱਚ ਉਜਾਗਰ ਕਰਨ ਦੀ ਗੱਲ ਕਹੀ ਹੈ ਔਰ ਫੈਸਲਾ ਸੰਗਤ ਉੱਤੇ ਛੱਡਿਆ। ਫਿਲਹਾਲ ਇਹਨਾਂ ਤਸਵੀਰਾਂ ਦੇ ਨਾਲ ਮੈਨੂੰ ਯਾਨੀ ਕਾਸਿਫ ਫਾਰੂਕੀ ਨੂੰ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਇਹ ਵੀਡੀਓ ਖਤਮ ਕਰਨ ਦੀ ਆਗਿਆ ਦਿਓ। ਧੰਨਵਾਦ।